ਬੀਬੀ ਜਗੀਰ ਕੌਰ ਹੋਣਾ ਦੀ ਜਿਨ੍ਹਾਂ ਨੇ ਕਿ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਪੰਥ ਨਾਂ ਦਾ ਜਿਹੜਾ ਨਵਾਂ ਧੜਾ ਹੈ ਉਹ ਕਾਇਮ ਕੀਤਾ ਹੈਗਾ। ਫਿਰ ਇਹ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਲੜਨਗੇ ਜਾਂ ਦੋਨੋਂ ਹੀ ਲੜਨਗੇ? ਕਿਹੋ ਜਿਹਾ ਮਾਹੌਲ ਕਿਹੋ ਜਿਹਾ ਹੋਊਗਾ? ਹਾਲ ਦੀ ਘੜੀ ਇਹ ਖਬਰਾਂ ਆ ਰਹੀਆਂ ਨੇ ਵੀ ਆਉਂਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਰਕਾਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਾ ਸਕਦੀ। ਸੋ ਬੀਬੀ ਜਗੀਰ ਕੌਰ, ਸੁਖਦੇਵ ਸਿੰਘ ਢੀਂਡਸਾ ਤੇ ਹੋਰ ਜਿਹੜੇ ਕਾਫੀ ਸਾਰੇ ਲੋਕ ਆ ਜਿਹੜੇ ਉੱਥੋਂ ਗਏ ਨੇ ਹਨਾ, ਉਹ ਇਸੇ ਕਰਕੇ ਉਹਨਾਂ ਨੂੰ ਉਹ ਪੋਲਰਾਈਜ਼ ਕਰਕੇ ਸਿੱਖਾਂ ਦੇ ਨੁਮਾਇੰਦੇ ਬਣਾ ਕੇ ਤਾਂ ਕਿ ਲੋਕ ਸਭਾ ਵਿੱਚ ਉਹ ਸੁਖਵੀਰ ਸਿੰਘ ਬਾਦਲ ਸਟੈਂਡ ਲੈ ਲੈਂਦੇ ਆ ਭਾਜਪਾ ਵਿਰੋਧੀ, ਤਾਂ ਉਹ ਪੈਰਲਲ ਅਕਾਲੀ ਦਲ ਜਿਹੜਾ ਬਣਾ ਕੇ ਉਹ ਇਹਨਾਂ ਨੂੰ ਹਰਾਉਣ ਦਾ ਜਿਹੜਾ ਯਤਨ। ਆਪਾਂ ਬਾਕੀ ਦੇ ਧੜਿਆਂ ਦੀ ਗੱਲ ਕਰਦੇ ਹਾਂ ਤੇ ਬਾਦਲ ਅਕਾਲੀ ਦਲ ਤੋਂ ਜਿਹੜੇ ਵੱਖਰੇ ਧੜੇ ਨੇ ਜਿਨ੍ਹਾਂ ਦੇ ਵਿੱਚ ਸਿੰਘ ਸਾਹਿਬ ਰਣਜੀਤ ਸਿੰਘ ਹੋਣਾ ਦਾ ਧੜਾ ਆ ਜਾਂਦਾ ਹੈ, ਭਾਈ ਬਲਦੇਵ ਸਿੰਘ ਬਡਾਲਾ ਹੋਣਾ ਦਾ ਆ ਜਾਂਦਾ ਹੈ, ਜਾਂ ਸਰਦਾਰ ਸਿਮਰਨਜੀਤ ਸਿੰਘ ਮਾਨ, ਈਵਨ ਕਿ ਦੂਜੇ ਬੰਨੇ ਜਿਹੜਾ ਢੀਂਡਸਾ ਗਰੁੱਪ ਆ ਜਾਂਦਾ ਹੈ, ਇਹਨਾਂ ਦੀ ਕੀ ਸਿਚੁਏਸ਼ਨ ਹੈਗੀ ਆ? ਇਹ ਧੜੇ ਕਿੱਥੇ ਖੜੇ ਆ? ਸੋ ਜਿਸ ਕਿਸਮ ਦੀ ਤਾਨਾਸ਼ਾਹੀ ਬਾਦਲ ਵਿੱਚ ਸਮਾਈ ਹੋਈ ਸੀ, ਪ੍ਰਕਾਸ਼ ਸਿੰਘ ਬਾਦਲ ਵਿੱਚ, ਵੀ ਸਾਰੀ ਜਮਹੂਰੀਅਤ ਨੂੰ ਖਤਮ ਕਰਕੇ ਆਪਣੇ ਵਿੱਚ ਸਾਰੀਆਂ ਤਾਕਤਾਂ ਹਾਸਲ ਕਰ ਲੈਣੀਆਂ, ਸੋ ਇਹਨਾਂ ਧੜਿਆਂ ਵਿੱਚ ਵੀ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਆ ਦੇਖਣ ਨੂੰ ਮਿਲ ਰਿਹਾ। ਪੰਥਕ ਰਾਜਨੀਤੀ ਦੇ ਵਜੂਦ ਨੂੰ ਖਤਮ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਪਿਛਲੇ 40 ਸਾਲਾਂ ਤੋਂ ਜਿਹੜੀਆਂ ਹੋ ਰਹੀਆਂ ਨੇ, ਔਰ ਕਿਤੇ ਨਾ ਕਿਤੇ 1996 ਤੋਂ ਬਾਅਦ ਤੇ ਇਸ ਨੂੰ ਪੂਰੀ ਤਰ੍ਹਾਂ ਜਿਹੜਾ ਖੋਰਾ ਜਿਹੜਾ ਉਹ ਲੱਗ ਹੀ ਗਿਆ। ਆਪਾਂ ਦੇਖਿਆ ਕਿ ਜਦੋਂ ਪੰਜਾਬੀ ਪਾਰਟੀ ਡਿਕਲੇਅਰ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਕੀ ਕੁਛ ਜਿਹੜਾ ਹੁੰਦਾ ਹੈ, ਪੰਥਕ ਰਾਜਨੀਤੀ ਕਿੱਥੇ ਆ ਕੇ ਖੜੀ ਹੈ। ਸੋ ਜਿਹੜਾ ਪੰਥਕ ਜਜ਼ਬਾ ਹੈ ਜਿਹੜਾ ਉਹ ਇੱਕ ਬਹੁ ਗਿਣਤੀ ਦੇ ਰਾਜ ਨੂੰ ਇੱਕ ਵੱਡੀ ਚੁਣੌਤੀ ਹੈ, ਸਿਧਾਂਤਕ ਚੁਣੌਤੀ ਦੇ ਸਕਦੀ ਹੈ, ਔਰ ਉਹ ਸਿਧਾਂਤਕ ਚੁਣੌਤੀ ਜਦੋਂ ਦੇਣਗੇ ਤਾਂ 3% ਲੋਕਾਂ ਦੇ ਰਾਜ ਨੂੰ ਚੁਣੌਤੀ ਦੇਣ ਵਾਲਿਆਂ ਦੇ ਨਾਲ ਭਾਰਤ ਦੇ ਸਾਰੇ ਦੱਬੇ ਕੁਚਲੇ ਲੋਕ ਰਲ ਸਕਦੇ ਆ, ਔਰ ਲਗਾਤਾਰ ਉਹ ਸਿੱਖਾਂ ਵੱਲ ਇੱਕ ਉਮੀਦ ਦੀ ਕਿਰਨ ਨਾਲ ਦੇਖ ਰਹੇ ਆ। ਸੋ ਇੰਦਰਾ ਗਾਂਧੀ ਨੇ 1982-83 ਵਿੱਚ ਇੱਕ ਪ੍ਰੋਜੈਕਟ ਲਿਆਂਦਾ ਵੀ ਪੰਜਾਬ ਵਿੱਚੋਂ ਪੰਥਕ ਰਾਜਨੀਤੀ ਦਾ ਖਾਤਮਾ ਕੀਤਾ ਜਾਵੇ। ਸੋ ਪੰਜਾਬ ਵਿੱਚ ਜਿਹੜਾ ਅਕਾਲੀ ਦਲ ਆ ਉਹ ਖਾਲਸਾ ਪੰਥ ਦੀ ਗੱਲ ਨਾ ਕਰੇ, ਸਿੱਖਾਂ ਦੀ ਗੱਲ ਨਾ ਕਰੇ। ਬੀਬੀ ਜਗੀਰ ਕੌਰ ਹੋਣਾ ਦੀ ਜਿਨ੍ਹਾਂ ਨੇ ਕਿ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਪੰਥ ਨਾਂ ਦਾ ਜਿਹੜਾ ਨਵਾਂ ਧੜਾ ਹੈ ਉਹ ਕਾਇਮ ਕੀਤਾ ਹੈਗਾ, ਜਿਸ ਦੇ ਵਿੱਚ ਜੇ ਆਪਾਂ ਕਹੀਏ ਕਿ ਫਿਰ ਇਹ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਲੜਨਗੇ ਜਾਂ ਦੋਨੋਂ ਹੀ ਲੜਨਗੇ? ਕਿਹੋ ਜਿਹਾ ਮਾਹੌਲ ਕਿਹੋ ਜਿਹਾ ਹੋਊਗਾ? ਹਾਂਜੀ, ਹਾਲ ਦੀ ਘੜੀ ਇਹ ਖਬਰਾਂ ਆ ਰਹੀਆਂ ਨੇ ਵੀ ਆਉਂਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਰਕਾਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਾ ਸਕਦੀ ਹੈ। ਸਾਡੇ ਕੋਲ ਜਿਹੜੀਆਂ ਖਬਰਾਂ ਆਈਆਂ ਨੇ, ਸਾਡੇ ਕੋਲ ਦੋ ਹੀ ਖਬਰਾਂ ਆਈਆਂ ਨੇ। ਇੱਕ ਧਿਰ ਕਹਿ ਰਹੀ ਹੈ ਵੀ ਹੁਣ ਨਹੀਂ ਅਸੀਂ ਫੋਕਸ ਕਰ ਰਹੇ, ਭਾਜਪਾ ਦੀ ਜਿਹੜੀ ਧਿਰ ਆ ਨਾ ਉਹ ਕਹਿ ਰਹੀ ਹੈ ਵੀ ਅਸੀਂ ਲੋਕ ਸਭਾ ਤੇ ਫੋਕਸ ਕਰ ਰਹੇ ਹੈਗੇ ਆ, ਵੀ ਲੋਕ ਸਭਾ ਤੋਂ ਪਹਿਲਾਂ ਅਸੀਂ ਸ਼੍ਰੋਮਣੀ ਕਮੇਟੀ ਨਹੀਂ ਕਰਾਵਾਂਗੇ। ਪਰ ਇੱਕ ਮਜ਼ਬੂਤ ਧੜੇ ਦਾ ਇਹ ਮੰਨਣਾ ਹੈ ਵੀ ਸ਼੍ਰੋਮਣੀ ਕਮੇਟੀ ਪਹਿਲਾਂ ਹੋ ਸਕਦੀ ਹੈ। ਉਹ ਸਾਰਾ ਜਿਹੜੀ ਪੋਲਰਾਈਜੇਸ਼ਨ ਆ ਸਿੱਖਾਂ ਦੀ, ਸਿੱਖ ਲੀਡਰਸ਼ਿਪ ਦੀ, ਉਹ ਲੋਕ ਸਭਾ ਤੋਂ ਪਹਿਲਾਂ ਭਾਜਪਾ ਕਰਨਾ ਚਾਹੁੰਦੀ ਹੈ। ਸੋ ਬੀਬੀ ਜਗੀਰ ਕੌਰ, ਸੁਖਦੇਵ ਸਿੰਘ ਢੀਂਡਸਾ ਤੇ ਹੋਰ ਜਿਹੜੇ ਕਾਫੀ ਸਾਰੇ ਲੋਕ ਆ ਜਿਹੜੇ ਉੱਥੋਂ ਗਏ ਨੇ ਹਨਾ, ਉਹ ਇਸੇ ਕਰਕੇ ਉਹਨਾਂ ਨੂੰ ਉਹ ਪੋਲਰਾਈਜ਼ ਕਰਕੇ ਸਿੱਖਾਂ ਦੇ ਨੁਮਾਇੰਦੇ ਬਣਾ ਕੇ ਤਾਂ ਕਿ ਲੋਕ ਸਭਾ ਵਿੱਚ ਉਹ ਸੁਖਵੀਰ ਸਿੰਘ ਬਾਦਲ ਸਟੈਂਡ ਲੈ ਲੈਂਦੇ ਆ ਭਾਜਪਾ ਵਿਰੋਧੀ, ਤਾਂ ਉਹ ਪੈਰਲਲ ਅਕਾਲੀ ਦਲ ਜਿਹੜਾ ਬਣਾ ਕੇ ਉਹ ਇਹਨਾਂ ਨੂੰ ਹਰਾਉਣ ਦਾ ਜਿਹੜਾ ਯਤਨ ਕਰਦੇ। ਮਤਲਬ ਇਹਨਾਂ ਨੂੰ ਸ਼੍ਰੋਮਣੀ ਕਮੇਟੀ ਚੋਂ ਬਾਹਰ ਧੱਕਣ ਦਾ ਜਿਹੜਾ ਯਤਨ ਕੀਤਾ ਜਾਊਗਾ। ਸ਼੍ਰੋਮਣੀ ਕਮੇਟੀ ਚੋਂ ਵੀ ਲੋਕ ਸਭਾ ਚੋਂ। ਸੋ ਵੱਡਾ ਉਹਨਾਂ ਦਾ ਸੰਦੇਸ਼ ਆਏਗਾ ਵੀ ਸ਼੍ਰੋਮਣੀ ਕਮੇਟੀ ਚੋਂ ਜਿਹੜਾ ਬਾਦਲ ਪਰਿਵਾਰ ਆ ਉਹਨਾਂ ਨਾਲ ਜੁੜੇ ਹੋਏ ਲੋਕ ਨੇ ਹਨਾ, ਸੋ ਉਹਨਾਂ ਨੂੰ ਬਾਹਰ ਧੱਕਿਆ ਜਾਵੇ ਤੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਆਪਾਂ ਕਹਿ ਸਕਦੇ ਵੀ ਪਿੱਠੂ ਤੇ ਹਮਾਇਤੀਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਅਹੁਦੇ ਦੇ ਕੇ ਤੇ ਉਹਨਾਂ ਤੋਂ ਆਪਦੇ ਕੰਮ ਜਿਹੜੇ ਧਾਰਮਿਕ ਗਲਤੀਆਂ ਨੇ ਉਹ ਕਰਵਾਈਆਂ ਜਾਣ। ਜੀ ਬਿਲਕੁਲ ਜੀ। ਤੇ ਅਕਾਲੀ ਦਲ ਦੀ ਪੁਨਰ ਸਰਜੀਤੀ ਦੀ ਗੱਲ ਬਾਰ-ਬਾਰ ਆਉਂਦੀ ਰਹੀ ਹੈ, ਪ੍ਰੋਗਰਾਮਾਂ ਦੇ ਵਿੱਚ ਅਸੀਂ ਵੀ ਡਿਸਕਸ ਕਰਦੇ ਰਹੇ ਹਾਂ, ਤੇ ਕਿਤੇ ਨਾ ਕਿਤੇ ਇਹੀ ਵੱਡਾ ਸਵਾਲ ਆਉਂਦਾ ਵੀ ਇਹ ਜਿਹੜੀ ਪੁਨਰ ਸਰਜੀਤੀ ਹੈ ਹੋਣੀ ਤੇ ਪੰਥਕ ਲੀਹਾਂ ਤੇ ਆ ਕੇ ਹੀ ਹੈ, ਇਹਨੂੰ ਕਿਵੇਂ ਤੁਸੀਂ ਇਲੈਬੋਰੇਟ ਕਰੋਗੇ? ਹਾਂਜੀ, ਸੋ ਅਕਾਲੀ ਦਲ ਦੀ ਆਪਾਂ ਵਾਰ-ਵਾਰ ਇਸ ਪ੍ਰੋਗਰਾਮ 'ਚ ਕਹਿ ਰਹੇ ਹਾਂ ਵੀ ਪੁਨਰ ਸਰਜੀਤੀ ਹੈ ਜਿਹੜੀ ਖਾਲਸਾ ਪੰਥ ਦੀਆਂ ਰਵਾਇਤਾਂ ਅਨੁਸਾਰ ਹੀ ਹੋਣੀ ਹੈਗੀ ਆ। ਸੋ ਤੁਸੀਂ ਦੇਖੋ ਵੀ ਖਾਲਸਾ ਪੰਥ ਦੀਆਂ ਜਿਹੜੀਆਂ ਰਵਾਇਤਾਂ ਨੇ, ਜੇ ਉਹਨਾਂ ਤੇ ਅਕਾਲੀ ਦਲ ਖੜਾ ਰਹਿੰਦਾ ਹੈ ਜੀਤੋਂ ਕਿ ਉਹਨਾਂ ਨੇ ਮੂੰਹ ਮੋੜਿਆ ਹੈ ਨਾ, ਸੋ ਕੋਈ ਵੀ ਜਿਹੜਾ ਅਕਾਲੀ ਦਲ ਨੂੰ ਪੁਨਰ ਸਰਜੀਤ ਕਰਨਾ ਚਾਹੁੰਦਾ ਇਹ ਆਪਣੇ ਮਨ ਵਿੱਚ ਕੋਈ ਵੀ ਭੁਲੇਖਾ ਨਾ ਰੱਖੇ ਵੀ ਜਿਹੜੀ ਗੁਰੂ ਨੇ ਸਾਨੂੰ ਪਾਤਸ਼ਾਹੀ ਦਾਵਾ ਬਖਸ਼ਿਆ ਉਹ ਗੁਰੂ ਦੀਆਂ ਬਖਸ਼ਿਸ਼ਾਂ ਨਾਲ ਹੀ ਹਾਸਲ ਹੋਣਾ ਹੈ। ਕਿਸੇ ਕਾਂਗਰਸ, ਕਿਸੇ ਭਾਜਪਾ ਨਾਲ ਦੋਸਤੀ ਜਾਂ ਯਾਰੀ ਲਾ ਕੇ ਸਾਨੂੰ ਉਹ ਬਖਸ਼ਿਸ਼ਾਂ ਚਾਹੇ ਰਾਜਨੀਤਿਕ ਆ ਚਾਹੇ ਧਾਰਮਿਕ ਆ ਉਹ ਪ੍ਰਾਪਤ ਨਹੀਂ ਹੋਣੀਆਂ, ਜਿਹੜੀਆਂ ਬਖਸ਼ਾਂ ਸਾਡਾ ਗੁਰੂ ਵੱਲ ਮੂੰਹ ਕਰਕੇ ਸਾਨੂੰ ਪ੍ਰਾਪਤ ਹੋਣੀਆਂ। ਜਿੰਨਾ ਚਿਰ ਅਕਾਲੀ ਦਲ ਆਪਣੇ ਪੰਥਕ ਜਜ਼ਬੇ ਨਾਲ ਜੰਗ ਲੜਦਾ ਰਿਹਾ, ਇੰਦਰਾ ਗਾਂਧੀ ਵਰਗੀਆਂ ਤਾਕਤਾਂ ਉਹਦੇ ਅੱਗੇ ਝੁਕਦੀਆਂ ਰਹੀਆਂ, ਉਹਨਾਂ ਨੂੰ ਫਿਕਰ ਹੁੰਦਾ ਰਿਹਾ ਵੀ
ਇਸ ਤਰ੍ਹਾਂ ਦਾ ਹੈਗਾ। ਈਵਨ ਮੈਨੂੰ ਯਾਦ ਹੈਗਾ ਇੰਸਟਾਂਸ ਇੱਕ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਵੀ ਇਸ ਤਰ੍ਹਾਂ ਦਾ ਸੀਗਾ 1984 ਤੋਂ ਬਾਅਦ। ਕਿੰਨਾ ਤਗੜਾ ਬੋਲਬਾਲਾ ਸੀ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਨਾ। ਮੈਨੂੰ ਕਿਸੇ ਨੇ ਘਟਨਾ ਸੁਣਾਈ ਕਿ ਜਦੋਂ ਵੱਡੀ ਲੀਡਰਸ਼ਿਪ ਜੋਧਪੁਰ ਦੀ ਜੇਲ੍ਹ ਵਿੱਚ ਚਲੇ ਗਈ ਤਾਂ ਹਰਿੰਦਰ ਸਿੰਘ ਕਾਲੋਂ ਉਨੀ ਆ ਜਿਹੜੇ ਉਹ ਪ੍ਰੈਜ਼ੀਡੀਅਮ ਬਣਾ ਕੇ ਜਿਹੜੀ ਹੈਗੀ ਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਅਗਵਾਈ ਕਰ ਰਹੇ ਸੀ। ਸੋ ਇੱਕ ਮੌਕੇ ਤੇ ਆ ਕੇ ਰਾਜੀਵ ਗਾਂਧੀ ਉਹਨਾਂ ਨੂੰ 85 ਦੇ ਅੰਤ ਵਿੱਚ ਇਹ ਲੱਗਿਆ ਵੀ ਸਿੱਖ ਸਟੂਡੈਂਟ ਫੈਡਰੇਸ਼ਨ ਇੱਕ ਬਹੁਤ ਵੱਡੀ ਫੋਰਸ ਹੈ ਔਰ ਬਹੁਤ ਤਾਕਤਵਰ ਪੋਲੀਟੀਕਲ ਵਿੰਗ ਹੈਗਾ ਜਿਹਦੇ ਨਾਲ ਗੱਲ ਕਰਨੀ ਚਾਹੀਦੀ ਹੈ ਤਾਂ ਕਿ ਪੰਜਾਬ ਦਾ ਮਾਹੌਲ ਸ਼ਾਂਤ ਕੀਤਾ ਜਾ ਸਕੇ। ਉਹਨਾਂ ਨੇ ਗਵਰਨਰ ਅਰਜਨ ਸਿੰਘ ਨੂੰ ਪੰਜਾਬ ਵਿੱਚ ਭੇਜਿਆ, ਗਵਰਨਰ ਲਾ ਕੇ ਵੀ ਸਿੱਖ ਸਟੂਡੈਂਟ ਫੈਡਰੇਸ਼ਨ ਨਾਲ ਜਾ ਕੇ ਗੱਲ ਕਰੋ। ਸੋ ਗਵਰਨਰ ਅਰਜਨ ਸਿੰਘ ਨੇ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਲੀਡਰਸ਼ਿਪ ਨੂੰ ਆਪਣੇ ਕੋਲ ਬੁਲਾਇਆ ਔਰ ਉਹ ਡਰੇ ਹੋਏ ਸੀ ਕਿ ਵੀ ਐਡੀ ਵੱਡੀ ਲੀਡਰਸ਼ਿਪ ਆ ਜਿਹੜੀ ਉਹਨਾਂ ਨਾਲ ਅਸੀਂ ਗੱਲ ਕਰ ਰਹੇ ਹਾਂ ਵੀ ਕਿਤੇ ਨਾ ਕਿਤੇ ਕੋਈ ਗੜਬੜ ਨਾ ਹੋ ਜਾਏ, ਅਸੀਂ ਉਹਨਾਂ ਦੀਆਂ ਜਿਹੜੀਆਂ ਇੱਛਾਵਾਂ ਨੇ ਉਹਨਾਂ ਦੀ ਪੂਰਤੀ ਲਈ ਇਹ ਲਈਏ, ਕਿਉਂਕਿ ਉਹਨਾਂ ਨੂੰ ਵੱਡੇ ਭੁਲੇਖੇ ਸੀ ਵੀ ਉਹ ਖਾਲਸਾ ਪੰਥ ਦੀਆਂ ਜਿਹੜੀਆਂ ਰਵਾਇਤਾਂ ਨੇ ਉਹਨੂੰ ਪ੍ਰਣਾਈ ਹੋਈ ਇੱਕ ਲੀਡਰਸ਼ਿਪ ਔਰ ਸ਼ੁੱਧ ਲੀਡਰਸ਼ਿਪ ਹੈ। ਵੈਸੇ ਉਹ ਸ਼ੁੱਧ ਲੀਡਰਸ਼ਿਪ ਸੀ 84 ਤੋਂ ਪਹਿਲਾਂ ਵੀ, ਹੈ ਨਾ। ਪਰ ਹਰਿੰਦਰ ਸਿੰਘ ਜਿਹੜੇ ਕਾਲੋਂ ਸੀਗੇ ਉਹ ਜਦੋਂ ਉਹ ਕਹਿੰਦੇ ਵੀ ਅਰਜਨ ਸਿੰਘ ਨੂੰ ਮਿਲੇ, 2 ਘੰਟੇ ਦੀ ਗੱਲਬਾਤ ਹੋਈ। ਅੰਤ ਵਿੱਚ ਆ ਕੇ ਹਰਿੰਦਰ ਸਿੰਘ ਕਾਲੋਂ ਨੇ ਗਵਰਨਰ ਨੂੰ ਕਿਹਾ ਜੀ ਮੇਰਾ ਇੱਕ ਛੋਟਾ ਜਿਹਾ ਕੰਮ ਕਰਵਾ ਦਿਓ। ਉਹ ਕਹਿੰਦੇ ਕੀ ਕੰਮ ਆ ਦੱਸੋ? ਕਹਿੰਦਾ ਮੇਰੀ ਪਤਨੀ ਆ ਜਿਹੜੀ ਉਹ ਅਧਿਆਪਕ ਲੱਗੀ ਹੋਈ ਆ ਵੀ ਉਹਦੀ ਬਦਲੀ ਮੇਰੇ ਘਰ ਦੇ ਨੇੜੇ ਕਰ ਦਿਓ, ਹਨਾ। ਤੇ ਅਰਜਨ ਸਿੰਘ ਨੇ ਉਸ ਮੀਟਿੰਗ ਤੋਂ ਬਾਅਦ ਰਾਜੀਵ ਗਾਂਧੀ ਨੂੰ ਫੋਨ ਕਰ ਦਿੱਤਾ ਵੀ ਸਿੱਖ ਸਟੂਡੈਂਟ ਫੈਡਰੇਸ਼ਨ ਤੋਂ ਡਰਨ ਦੀ ਕੋਈ ਲੋੜ ਨਹੀਂ, ਇਹ ਤਾਂ ਲੋਕ ਬਦਲੀਆਂ ਕਰਾਉਣ ਵਾਲੇ ਯੋਗ ਹੀ ਨੇ ਵੀ ਇਹਨਾਂ ਨਾਲ ਇਹਨਾਂ ਨੂੰ ਕੋਈ ਰਾਜਨੀਤਿਕ ਉਪਾਧੀ ਜਾਂ ਇਹਨਾਂ ਨੂੰ ਮੁੱਖ ਮੰਤਰੀ ਬਣਾਉਣ ਦੇ ਸੁਪਨੇ ਨਾ ਦਿਖਾਓ। ਜਦੋਂ ਤੱਕ ਲਾਲਚ ਨਹੀਂ ਸੀਗਾ ਭਾਈ ਅਮਰੀਕ ਸਿੰਘ ਦਾ ਆਪਾਂ ਕਹਿ ਲਈਏ ਤੇ ਇੰਨੀ ਤਗੜੀ ਜਥੇਬੰਦੀ ਸੀ ਵੀ ਇੱਕ ਵਾਰੀ ਤੱਕ ਸੈਂਟਰ ਸਰਕਾਰ ਵੀ ਉਸ ਤੋਂ ਕੰਬਦੀ ਸੀ, ਹਨਾ। ਪਰ ਦੂਜੇ ਬੰਨੇ ਜਦੋਂ ਇੰਨਾ ਜ਼ਿਆਦਾ ਗਿਰਾਵਟ ਆ ਗਈ ਤੇ ਫਿਰ ਅੱਜ ਆਪਾਂ ਦੇਖਦੇ ਹਾਂ ਸੰਸਥਾਵਾਂ ਉਹਨਾਂ ਨੇ ਮੁਕਾ ਹੀ ਦਿੱਤੀਆਂ ਸਾਡੀ। ਇਹ ਗੱਲ ਆ ਵੀ ਸੋ ਜਿਹੜੀ ਅਕਾਲੀ ਦਲ ਦੀ ਪੁਨਰ ਸਰਜੀਤੀ ਦੀ ਆਪਾਂ ਗੱਲ ਕਰਦੇ ਹਾਂ ਵੀ ਜਿੰਨਾ ਚਿਰ ਤੁਸੀਂ ਪੰਥ ਨਾਲ ਖੜੇ ਹੋ, ਖਾਲਸਾ ਪੰਥ ਦੀਆਂ ਰਵਾਇਤਾਂ ਨਾਲ ਖੜੇ ਹੋ, ਗੁਰੂ ਵੱਲ ਤੁਹਾਡਾ ਮੁੱਖ ਹੈ, ਸਿੱਖਾਂ ਨੂੰ ਇੱਕ ਆਜ਼ਾਦ ਔਰ ਪੂਰੀ ਤਰ੍ਹਾਂ ਆਜ਼ਾਦ ਕੌਮੀਅਤ ਦੇ ਤੌਰ ਤੇ ਤੁਸੀਂ ਦੇਖ ਕੇ ਪਰਿਭਾਸ਼ਿਤ ਕਰਦੇ ਹੋ। ਸੋ ਉਸ ਫੈਡਰਲ ਢਾਂਚੇ ਵਿੱਚ ਸਿੱਖਾਂ ਨੂੰ ਇੱਕ ਨੇਸ਼ਨ ਦੇ ਤੌਰ ਤੇ ਕਰਦੇ ਹੋ। ਫਿਰ ਆ ਜਿਹੜੀਆਂ ਦਿੱਲੀ ਦੀਆਂ ਜਿਹੜੇ ਅੱਜ ਦੇ ਹਾਕਮ ਨੇ ਉਹ ਵੀ ਤੁਹਾਡੇ ਪੈਰਾਂ ਤੇ ਡਿੱਗਣਗੇ। ਜਿਹੜੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਪੁਨਰ ਸਰਜੀਤੀ ਹੋਣੀ ਆ ਉਹ ਜਿਹੜੀ ਇਹ ਹੈਗਾ ਵੀ ਅਕਾਲੀ ਦਲ ਜਦੋਂ 1925 ਵਿੱਚ ਹੋਂਦ ਵਿੱਚ ਆਇਆ ਸੀ ਉਹ ਇੱਕ ਰਾਜਨੀਤਿਕ ਪਾਰਟੀ ਦੇ ਤੌਰ ਤੇ ਹੋਂਦ ਨਹੀਂ ਸੀ ਆਇਆ। ਸਿੱਖਾਂ ਦੀਆਂ ਇੱਛਾਵਾਂ, ਸਿੱਖਾਂ ਦੀਆਂ ਰਾਜਸੀ ਰੀਝਾਂ ਔਰ ਸਿੱਖਾਂ ਦੇ ਰਾਜਸੀ ਸੰਗਠਨ ਨੂੰ ਆਵਾਜ਼ ਦੇਣ ਲਈ ਇੱਕ ਸਮਾਜਿਕ ਧਾਰਮਿਕ ਸੰਗਠਨ ਦੇ ਤੌਰ ਤੇ ਹੋਂਦ ਵਿੱਚ ਆਇਆ ਸੀ, ਜਿਹਦੇ ਉਸ ਪਹਿਲਿਆਂ ਦੌਰਾਂ ਵਿੱਚ ਚੋਣਾਂ ਲੜਦੀਆਂ ਵੀ ਅਕਾਲੀ ਦਲ ਦੇ ਸੰਵਿਧਾਨ ਵਿੱਚ ਸ਼ਾਮਲ ਨਹੀਂ ਸੀ ਜੀ। ਔਰ ਜੇ ਆਪਾਂ ਕਹਿ ਲਈਏ ਕਿ ਜਿਹੜੀਆਂ ਸਿੱਖ ਸੰਸਥਾਵਾਂ ਚਾਹੇ ਸ਼੍ਰੋਮਣੀ ਕਮੇਟੀ ਹੋਵੇ, ਕਿਸੇ ਜਦੋਂ ਸ਼ੁਰੂ ਹੋਈ ਸੀ ਜਾਂ ਬਾਬਾ ਖੜਕ ਸਿੰਘ ਹੋਣਾ ਦੇ ਟਾਈਮ ਤੇ ਉਹਨਾਂ ਨੇ ਇੱਥੋਂ ਤੱਕ ਕਿਹਾ ਸੀ ਕਿ ਸ਼੍ਰੋਮਣੀ ਕਮੇਟੀ ਦਾ ਜਿਹੜਾ ਪ੍ਰਧਾਨ ਹੈਗਾ ਉਹ ਆਪਣੇ ਆਪ ਦੇ ਵਿੱਚ ਵੀ ਇੱਕ ਪ੍ਰੈਜ਼ੀਡੈਂਟ ਜਾਂ ਪ੍ਰਾਈਮ ਮਿਨਿਸਟਰ ਜਿੰਨੀ ਪਾਵਰ ਰੱਖਦਾ, ਉਹਨੂੰ ਤੁਸੀਂ ਇਸ ਤਰ੍ਹਾਂ ਕੋਰਟ 'ਚ ਨਹੀਂ ਸੱਦ ਸਕਦੇ, ਭਾਵੇਂ ਉਹਨਾਂ ਨੂੰ ਇਹਦੇ ਲਈ ਸਜ਼ਾ ਵੀ ਕੱਟਣੀ ਪਈ ਸੀ। ਪਰ ਹੁਣ ਮੌਜੂਦਾ ਹਾਲਾਤਾਂ 'ਚ ਹਾਲਾਤ ਇਦਾਂ ਦੇ ਹੋ ਗਏ ਕਿ ਇੱਕ ਮੁੱਖ ਮੰਤਰੀ ਆ ਕੇ ਚਿੱਠੀ ਨਹੀਂ ਲੈਂਦਾ। ਹਾਂਜੀ ਬਿਲਕੁਲ ਉਹੀ ਗੱਲ ਹੈ ਨਾ ਵੀ ਸੋ ਉਹ ਹੈ ਕਿ ਵੀ ਤੁਸੀਂ ਆਪਣੇ ਪੰਥਕ ਜਜ਼ਬੇ ਤੋਂ ਟੁੱਟੇ ਆ। ਸੋ ਅਕਾਲੀ ਦਲ ਚੋਣਾਂ ਲੜਨ ਲਈ ਨਹੀਂ ਸੀ ਬਣਾਇਆ ਗਿਆ। ਅਕਾਲੀ ਦਲ ਦਾ ਅੱਜ ਵੀ ਜਿਹੜਾ ਪੁਨਰਗਠਨ ਹੋਣਾ ਇਹਨਾਂ ਲੀਹਾਂ ਤੇ ਹੀ ਹੋਣਾ। ਜਿਹੜੇ ਅਕਾਲੀ ਦਲ ਦੇ ਸੰਗਠਨ ਵਿੱਚ ਲੋਕ ਹੋਣਗੇ ਪੰਥਕ ਜਜ਼ਬੇ ਵਾਲੇ ਅੰਮ੍ਰਿਤਧਾਰੀ ਗੁਰਸਿੱਖ, ਉਹ ਚੋਣਾਂ ਨਹੀਂ ਲੜ ਸਕਣਗੇ। ਇਹਨੂੰ 1998 ਵਿੱਚ ਜਥੇਦਾਰ ਟੌੜਾ ਨੇ ਉਠਾਇਆ ਸੀ ਵੀ ਮੁੱਖ ਮੰਤਰੀ ਵੱਖਰਾ ਹੋਵੇ, ਅਕਾਲੀ ਦਲ ਦਾ ਪ੍ਰਧਾਨ ਵੱਖਰਾ ਹੋਵੇ। ਉਹਨਾਂ ਨੇ ਕਿਹਾ ਸੀ ਵੀ ਚਾਹੇ ਤੁਸੀਂ ਆਪਣਾ ਹੀ ਕਿਸੇ ਬੰਦੇ ਨੂੰ ਅਕਾਲੀ ਦਲ ਦਾ ਪ੍ਰਧਾਨ ਲਾ ਦਿਓ, ਪਰ ਇੱਕ ਬੰਦਾ 2 ਸੀਟਾਂ ਤੇ ਨਾ ਹੋਵੇ। ਉਹਦੀ ਤਾਨਾਸ਼ਾਹੀ ਕਾਇਮ ਹੁੰਦੀ ਆ। ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਵਿੱਚੋਂ ਜਿਹੜੀ ਅੰਦਰੂਨੀ ਜਮਹੂਰੀਅਤ ਸੀ, ਅਕਾਲੀ ਦਲ ਦੀ ਜਮਹੂਰੀਅਤ ਦੇ 4 ਥੰਮ ਸੀ। ਅਕਾਲੀ ਦਲ ਦਾ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ, ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਤੇ ਮੁੱਖ ਮੰਤਰੀ। ਪ੍ਰਕਾਸ਼ ਸਿੰਘ ਬਾਦਲ ਨੇ ਬਾਕੀ ਤਿੰਨਾਂ ਨੂੰ ਖਤਮ ਕਰਕੇ ਆਪਣੇ 'ਚ ਸਾਰੀਆਂ ਤਾਕਤਾਂ ਲੈ ਲਈਆਂ ਹਨਾ। ਸੋ ਅਕਾਲ ਤਖਤ ਦਾ ਜਥੇਦਾਰ ਵੀ ਪ੍ਰਕਾਸ਼ ਸਿੰਘ ਬਾਦਲ ਹੀ ਸੀ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਪ੍ਰਕਾਸ਼ ਸਿੰਘ ਬਾਦਲ ਹੀ ਸੀ, ਅਕਾਲੀ ਦਲ ਦਾ ਪ੍ਰਧਾਨ ਤਾਂ ਪ੍ਰਕਾਸ਼ ਸਿੰਘ ਬਾਦਲ ਹੈ ਹੀ ਸੀ ਤੇ ਮੁੱਖ ਮੰਤਰੀ ਉਹ ਆਪ ਹੈਗੇ ਸੀ। ਸੋ ਇਨਰ ਡੈਮੋਕ੍ਰੇਸੀ 'ਚ ਇਹ ਆਉਂਦਾ ਵੀ ਅਕਾਲੀ ਦਲ ਦਾ ਜਿਹੜੇ ਅਕਾਲੀ ਦਲ ਦੇ ਸੰਗਠਨ ਵਿੱਚ ਲੋਕ ਹੋਣਗੇ ਉਹ ਚੋਣਾਂ ਨਹੀਂ ਲੜਨਗੇ। ਜਿਹੜੀ ਚੋਣਾਂ ਲੜਨ ਵਾਲੀ ਧਿਰ ਉਹ ਵੱਖਰੀ ਹੋਵੇਗੀ। ਉਹਨੂੰ ਪ੍ਰਧਾਨ ਤੇ ਜਿਹੜਾ ਅਕਾਲੀ ਦਲ ਦਾ ਸੰਗਠਨ ਹੈ ਉਹ ਨਿਸ਼ਚਿਤ ਕਰੇਗਾ ਵੀ ਕਿਹੜਾ ਬੰਦਾ ਕਿਹੜੀ ਸੀਟ ਤੇ ਕਿਹੜਾ ਐਮਐਲਏ ਲੜੇਗਾ ਜਾਂ ਐਮਪੀ ਲੜੇਗਾ ਨਾ। ਸੋ ਜਿਹੜੇ ਚੋਣਾਂ ਲੜਨ ਵਾਲੇ ਐਮਐਲਏ ਜਾਂ ਐਮਪੀ ਬਣਨਗੇ ਉਹਨਾਂ ਕੋਲ ਅਕਾਲੀ ਦਲ ਦੇ ਸੰਗਠਨ ਦਾ ਕੋਈ ਅਹੁਦਾ ਨਹੀਂ ਹੋਵੇਗਾ। ਸੋ ਇਹ ਜਿਹੜੀ
ਡਿਫਰੈਂਸ਼ੀਏਸ਼ਨ ਆ, ਜਦੋਂ ਤੱਕ ਇਹ ਨਹੀਂ ਕਰਦੇ ਔਰ ਪੰਥਕ ਜਜ਼ਬੇ ਨਾਲ ਅਕਾਲੀ ਦਲ ਨੂੰ ਨਹੀਂ ਉਸਾਰਦੇ, ਉਦੋਂ ਤੱਕ ਸਾਨੂੰ ਲੱਗਦਾ ਵੀ ਅਕਾਲੀ ਦਲ ਇਸ ਤਰ੍ਹਾਂ ਖੱਖੜੀਆਂ ਕਰੇਲੇ ਰਹੇਗਾ ਔਰ ਉਹ ਕੋਈ ਵੀ ਰਾਜਨੀਤਿਕ ਪ੍ਰਾਪਤੀ ਨਹੀਂ ਕਰ ਸਕੇਗਾ। ਜੀ ਬਿਲਕੁਲ। ਤੇ ਜਦੋਂ ਆਪਾਂ ਗੱਲ ਸ਼੍ਰੋਮਣੀ ਕਮੇਟੀ ਚੋਣਾਂ ਦੀ ਕਰਦੇ ਹਾਂ ਜਾਂ ਆਪਾਂ ਬਾਕੀ ਦੇ ਧੜਿਆਂ ਦੀ ਗੱਲ ਕਰਦੇ ਹਾਂ, ਤੇ ਬਾਦਲ ਅਕਾਲੀ ਦਲ ਤੋਂ ਜਿਹੜੇ ਵੱਖਰੇ ਧੜੇ ਨੇ ਜਿਨ੍ਹਾਂ ਦੇ ਵਿੱਚ ਸਿੰਘ ਸਾਹਿਬ ਰਣਜੀਤ ਸਿੰਘ ਹੋਣਾ ਦਾ ਧੜਾ ਆ ਜਾਂਦਾ ਹੈ, ਭਾਈ ਬਲਦੇਵ ਸਿੰਘ ਵਡਾਲਾ ਹੋਣਾ ਦਾ ਆ ਜਾਂਦਾ ਹੈ, ਜਾਂ ਸਰਦਾਰ ਸਿਮਰਨਜੀਤ ਸਿੰਘ ਮਾਨ, ਈਵਨ ਕਿ ਦੂਜੇ ਬੰਨੇ ਜਿਹੜਾ ਢੀਂਡਸਾ ਗਰੁੱਪ ਆ ਜਾਂਦਾ ਹੈ, ਇਹਨਾਂ ਦੀ ਕੀ ਸਿਚੁਏਸ਼ਨ ਹੈਗੀ ਆ? ਇਹ ਧੜੇ ਕਿੱਥੇ ਖੜੇ ਆ? ਕੀ ਇਹ ਇਕੱਠੇ ਇੱਕੋ ਪਲੇਟਫਾਰਮ ਤੇ ਹੋ ਕੇ ਇਹਨਾਂ ਦੇ ਖਿਲਾਫ ਲੜ ਸਕਦੇ ਆ ਜਾਂ ਨਹੀਂ? ਨਹੀਂ ਜੀ, ਇਹ ਬਹੁਤ ਵੱਡਾ ਕ੍ਰਾਈਸਿਸ ਆ। ਜਿਹੜੇ ਬਾਦਲ ਵਿਰੋਧੀ ਧੜੇ ਆ ਉਹਨਾਂ ਸਾਰਿਆਂ ਦਾ, ਉਹਨਾਂ ਵਿੱਚ ਬਾਦਲ ਨਾਲੋਂ ਕੁਝ ਵੀ ਵੱਖਰਾ ਨਹੀਂ ਹੈ। ਸੋ ਜਿਸ ਕਿਸਮ ਦੀ ਤਾਨਾਸ਼ਾਹੀ ਬਾਦਲ ਵਿੱਚ ਸਮਾਈ ਹੋਈ ਸੀ, ਪ੍ਰਕਾਸ਼ ਸਿੰਘ ਬਾਦਲ ਵਿੱਚ, ਵੀ ਸਾਰੀ ਜਮਹੂਰੀਅਤ ਨੂੰ ਖਤਮ ਕਰਕੇ ਆਪਣੇ ਵਿੱਚ ਸਾਰੀਆਂ ਤਾਕਤਾਂ ਹਾਸਲ ਕਰ ਲੈਣੀਆਂ, ਸੋ ਇਹਨਾਂ ਧੜਿਆਂ ਵਿੱਚ ਵੀ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਆ ਦੇਖਣ ਨੂੰ ਮਿਲ ਰਿਹਾ। ਤੁਸੀਂ ਸਿਮਰਨਜੀਤ ਸਿੰਘ ਮਾਨ ਨੂੰ ਕਹੋ ਵੀ ਸ਼੍ਰੋਮਣੀ ਕਮੇਟੀ ਚੋਣਾਂ ਇਕੱਠੇ ਹੋ ਕੇ ਲੜ ਲਓ ਸਾਰੀਆਂ ਪੰਥਕ ਧਿਰਾਂ ਨਾਲ, ਉਹ ਕਹਿਣਗੇ ਵੀ ਸਾਰੇ ਜਣੇ ਮੇਰੇ ਅਧੀਨ ਆ ਜਾਓ, ਅੰਮ੍ਰਿਤਸਰ ਅਕਾਲੀ ਦਲ ਦੇ ਅਧੀਨ ਲੜ ਲਓ ਜੀ। ਭਾਈ ਰਣਜੀਤ ਸਿੰਘ ਨਾਲ ਗੱਲ ਕਰੋ ਵੀ ਤੁਸੀਂ ਏਕਤਾ ਕਰ ਲਓ, ਉਹਨਾਂ ਨੇ ਕਹਿਣਾ ਵੀ ਮੈਂ ਆਪਣੀ ਪੰਥਕ ਲਹਿਰ ਲਈ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਯਤਨ ਕਰਿਆ, ਬਹੁਤ ਮਿਹਨਤ ਕਰੀ ਆ, ਇਸ ਲਈ ਸਾਰੇ ਧੜਿਆ ਮੇਰੇ ਅਧੀਨ ਆ ਕੇ ਲੜ ਲਓ। ਈਵਨ ਉਹ ਭਾਈ ਬਲਦੇਵ ਸਿੰਘ ਵਡਾਲਾ ਦੇ 2-4 ਮੈਂਬਰ ਆ ਜਿਹੜੇ ਮੈਨੂੰ ਲੱਗਦੀ ਹੈ ਨਾ ਉਹਦੇ ਨਾਲ, ਉਹ ਵੀ ਕਹਿ ਰਿਹਾ ਵੀ ਤੁਸੀਂ ਮੇਰੀ ਅਗਵਾਈ ਹੇਠ ਲੜ ਲਓ, ਹੈ ਨਾ। ਤੇ ਸੁਖਦੇਵ ਸਿੰਘ ਢੀਂਡਸਾ ਤੇ ਬੀਬੀ ਜਗੀਰ ਕੌਰ ਨੇ ਤਾਂ ਆਪਣੇ ਵੱਖਰੇ ਵੱਖਰੇ ਬਿਗਲ ਵਜਾਏ ਦਿੱਤੇ, ਹੈ ਨਾ। ਸੋ ਇਸ ਤਰ੍ਹਾਂ ਤੁਸੀਂ ਦੇਖੋ ਵੀ ਬਾਦਲ ਵਿਰੋਧੀ ਜਿਹੜੇ ਧਾਰਮਿਕ ਸੰਗਠਨ ਵਿੱਚ ਆਉਣਾ ਚਾਹੁੰਦੇ ਆ ਧੜੇ 10-15, ਉਹਨਾਂ ਦੇ ਇੰਨੇ ਹੀ ਉਮੀਦਵਾਰ ਖੜੇ ਹੋਣਗੇ, ਤੇ ਫਿਰ ਉਹਦੇ ਨਾਲ ਤੇ ਡਾਇਰੈਕਟ ਫਾਇਦਾ ਫਿਰ ਬਾਕੀ ਦੀਆਂ ਧਿਰਾਂ ਨੂੰ, ਜਿੱਦਾਂ ਜਾਂ ਜਿਨ੍ਹਾਂ ਦੀ ਪੱਕੀ ਵੋਟ ਹੈਗੀ ਆ ਉਹਨਾਂ ਨੂੰ ਤੇ ਫਿਰ ਹੋ ਹੀ ਜਾਏਗਾ। ਹਾਂਜੀ ਹਾਂਜੀ ਬਿਲਕੁਲ। ਗੱਲ ਤਾਂ ਅਸੀਂ ਗੱਲ ਕਰਦੇ ਵੀ ਕਰੈਕਟਰ ਬਿਲਡਿੰਗ ਦੀ ਹੈ ਨਾ। ਅਕਾਲੀ ਦਲ ਇੱਕ ਕਰੈਕਟਰ ਬਿਲਡਿੰਗ ਦਾ ਨਾਮ ਸੀ, ਉਹਦੇ ਵਿੱਚ ਕਰੈਕਟਰ ਬਿਲਡਰ ਹੋਣਾ ਸੀ, ਪੰਥ ਸਭ ਤੋਂ ਪ੍ਰਥਮ ਹੋਣਾ ਸੀ। ਸੰਤ ਜਰਨੈਲ ਸਿੰਘ ਨੇ ਪੰਥ ਨੂੰ ਪ੍ਰਥਮ ਰੱਖਿਆ। ਜਦੋਂ ਐਡੇ ਵੱਡੇ ਹਮਲੇ ਵੀ ਹੋਏ ਉਹਨਾਂ ਨੂੰ ਗਦਾਰ ਤੱਕ ਕਿਹਾ ਗਿਆ, ਕਾਂਗਰਸ ਦੀ ਜਿੱਦਾਂ ਏਜੰਟ ਤੱਕ ਕਿਹਾ ਗਿਆ, ਉਹਦੇ ਬਾਵਜੂਦ ਵੀ ਉਹਨਾਂ ਨੇ ਅਕਾਲੀ ਲੀਡਰਸ਼ਿਪ ਦੇ ਖਿਲਾਫ ਨਹੀਂ ਬੋਲਿਆ, ਏਕਤਾ ਬਣਾ ਕੇ ਰੱਖੀ। ਸੋ ਇਹ ਕਰੈਕਟਰ ਬਿਲਡਿੰਗ ਅਕਾਲੀ ਦਲ ਦਾ ਸਿਧਾਂਤ ਹੋਣਾ ਚਾਹੀਦਾ ਹੈ। ਜੀ ਜੀ ਬਿਲਕੁਲ। ਦੇਖਦੇ ਹਾਂ ਜੀ ਕੀ ਕੁਛ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਤੋੜ ਭੰਨ ਜਿਹੜੀ ਹੈ ਹੁੰਦੀ ਹੈਗੀ ਹੈ। ਤੇ ਪੰਥਕ ਰਾਜਨੀਤੀ ਦੀ ਆਪਾਂ ਗੱਲਬਾਤ ਕਰਦੇ ਪਏ ਹਾਂ, ਤੇ ਪੰਥਕ ਰਾਜਨੀਤੀ ਦੇ ਵਜੂਦ ਨੂੰ ਖਤਮ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਪਿਛਲੇ 40 ਸਾਲਾਂ ਤੋਂ ਜਿਹੜੀਆਂ ਹੋ ਰਹੀਆਂ ਨੇ, ਔਰ ਕਿਤੇ ਨਾ ਕਿਤੇ 1996 ਤੋਂ ਬਾਅਦ ਤੇ ਇਸ ਨੂੰ ਪੂਰੀ ਤਰ੍ਹਾਂ ਜਿਹੜਾ ਖੋਰਾ ਜਿਹੜਾ ਉਹ ਲੱਗ ਹੀ ਗਿਆ। ਆਪਾਂ ਦੇਖਿਆ ਕਿ ਜਦੋਂ ਪੰਜਾਬੀ ਪਾਰਟੀ ਡਿਕਲੇਅਰ ਕਰ ਦਿੱਤਾ ਜਾਂਦਾ ਹੈ, ਉਸ ਤੋਂ ਬਾਅਦ ਕੀ ਕੁਛ ਜਿਹੜਾ ਹੁੰਦਾ ਹੈ, ਪੰਥਕ ਰਾਜਨੀਤੀ ਕਿੱਥੇ ਆ ਕੇ ਖੜੀ ਹੈ, ਕੀ ਕਹੋਗੇ ਇਸ ਦੇ ਬਾਰੇ? ਹਾਂਜੀ ਹਾਂਜੀ, ਇਹ ਬਹੁਤ ਤੁਹਾਡਾ ਅਹਿਮ ਸਵਾਲ ਹੈ। ਸੋ ਇੰਦਰਾ ਗਾਂਧੀ ਨੇ 1980 ਵਿੱਚ ਜਦੋਂ ਉਹ ਪਾਵਰ ਵਿੱਚ ਆਈ ਤਾਂ ਚਲੋ ਪਹਿਲਾ ਸਾਲ ਤਾਂ ਸਾਲ 1.5 ਸਾਲ ਉਹਨਾਂ ਨੂੰ ਆਪਣੀ ਜਿਹੜੀ ਰਾਜਨੀਤਿਕ ਜਿਹੜੀ ਹੈਗੀ ਆ ਕਰਦਿਆਂ ਨੂੰ ਲੱਗ ਗਈ। ਇਸੇ ਦੌਰਾਨ ਸੰਜੇ ਗਾਂਧੀ ਦੀ ਮੌਤ ਹੋ ਜਾਂਦੀ ਹੈ। ਸੋ ਇੰਦਰਾ ਗਾਂਧੀ ਦਾ ਇੱਕ ਸੱਜਾ ਹੱਥ ਆ ਜਿਹੜਾ ਉਹ ਟੁੱਟ ਜਾਂਦਾ ਹੈਗਾ। ਪਾਰਟੀ ਸੰਗਠਨ ਤੇ ਕਬਜ਼ਾ ਕਰਨ ਤੋਂ ਬਾਅਦ ਸਭ ਤੋਂ ਵੱਧ ਧਿਆਨ ਉਹਨਾਂ ਨੇ, ਉਹ ਇਕੱਲੇ ਰਾਜਨੀਤੀਵਾਨ ਨਹੀਂ ਸੀ, ਉਹਨਾਂ ਦੇ ਨਾਲ ਜਿਹੜੀ ਇੰਟੈਲੀਜੈਂਸ ਲੱਗੀ ਹੋਈ ਸੀ, ਅਫਸਰਸ਼ਾਹੀ ਨੂੰ ਹਮੇਸ਼ਾ ਇਹ ਡਰ ਰਿਹਾ ਹੈ ਵੀ ਭਾਰਤ ਵਿੱਚ ਬਹੁ ਗਿਣਤੀ ਦੇ ਰਾਜ ਨੂੰ, ਜਿਹੜਾ ਇੱਕ ਤਰ੍ਹਾਂ ਨਾਲ ਅਪਰ ਕਾਸਟ ਹਿੰਦੂ ਰਾਜ ਕਰ ਰਿਹਾ, ਉਹਨੂੰ ਜੇ ਕੋਈ ਸਿਧਾਂਤਕ ਚੁਣੌਤੀ ਦੇ ਸਕਦਾ ਤਾਂ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਉਣ ਵਾਲੀ ਆਵਾਜ਼ ਹੀ ਦੇ ਸਕਦੀ ਹੈ। ਸੋ ਜਿਹੜਾ ਪੰਥਕ ਜਜ਼ਬਾ ਹੈ ਜਿਹੜਾ ਉਹ ਇੱਕ ਬਹੁ ਗਿਣਤੀ ਦੇ ਰਾਜ ਨੂੰ ਇੱਕ ਵੱਡੀ ਚੁਣੌਤੀ ਹੈ, ਸਿਧਾਂਤਕ ਚੁਣੌਤੀ ਦੇ ਸਕਦੀ ਹੈ। ਔਰ ਉਹ ਸਿਧਾਂਤਕ ਚੁਣੌਤੀ ਜਦੋਂ ਦੇਣਗੇ ਤਾਂ 3% ਲੋਕਾਂ ਦੇ ਰਾਜ ਨੂੰ ਚੁਣੌਤੀ ਦੇਣ ਵਾਲਿਆਂ ਦੇ ਨਾਲ ਭਾਰਤ ਦੇ ਸਾਰੇ ਦੱਬੇ ਕੁਚਲੇ ਲੋਕ ਰਲ ਸਕਦੇ ਆ, ਔਰ ਲਗਾਤਾਰ ਉਹ ਸਿੱਖਾਂ ਵੱਲ ਇੱਕ ਉਮੀਦ ਦੀ ਕਿਰਨ ਨਾਲ ਦੇਖ ਰਹੇ ਆ। ਸੋ ਇੰਦਰਾ ਗਾਂਧੀ ਨੇ 1982-83 ਵਿੱਚ ਇੱਕ ਪ੍ਰੋਜੈਕਟ ਲਿਆਂਦਾ ਵੀ ਪੰਜਾਬ ਵਿੱਚੋਂ ਪੰਥਕ ਰਾਜਨੀਤੀ ਦਾ ਖਾਤਮਾ ਕੀਤਾ ਜਾਵੇ। ਸੋ ਪੰਜਾਬ ਵਿੱਚ ਜਿਹੜਾ ਅਕਾਲੀ ਦਲ ਆ ਉਹ ਖਾਲਸਾ ਪੰਥ ਦੀ ਗੱਲ ਨਾ ਕਰੇ, ਸਿੱਖਾਂ ਦੀ ਗੱਲ ਨਾ ਕਰੇ, ਉਹ ਕਾਂਗਰਸ ਤੇ ਭਾਜਪਾ ਵਾਂਗ ਦੇਸ਼ ਦੀ ਜਾਂ ਰਾਸ਼ਟਰ ਦੀ, ਰੁਜ਼ਗਾਰ ਦੇ ਮਸਲੇ, ਰਾਜਨੀਤੀ ਦੇ ਮਸਲੇ, ਪਾਣੀਆਂ ਦਾ ਮਸਲਾ ਜਾਂ ਜਿਹੜੀਆਂ ਗਲੀਆਂ ਨਾਲੀਆਂ ਪੱਕੀਆਂ ਕਰਨ ਦੇ ਮਸਲੇ ਇਹ ਕਰੇ। ਆਪਣੇ ਪੰਥਕ ਸੁਰ ਤੋਂ ਆਪਣੀ ਜਿਹੜੀ ਇੱਕ ਨਿਆਰੀ ਹੋਂਦ ਹਸਤੀ ਦੀ ਲੜਾਈ ਆ ਅਕਾਲੀ ਦਲ ਦੀ ਸਥਾਪਨਾ ਵਿੱਚ ਪਈ ਹੈ, ਉਹ ਤੋਂ ਮੂੰਹ ਮੋੜ ਤੇ ਕਾਮਰੇਡਾਂ ਨੂੰ ਫਿਰ ਸ਼ਹਿ ਦੇਣਾ ਵੀ ਇਸੇ ਹੀ ਕੜੀ ਦੇ ਵਿੱਚ ਹੋਏਗਾ। ਹਾਂਜੀ ਹਾਂਜੀ। ਸੋ ਉਹਨਾਂ ਨੇ ਸਾਰੇ ਪਾਸੇ ਨਿਗਾਹਾਂ ਘੁਮਾ ਕੇ ਲਿਆਂਦਾ ਵੀ ਸਭ ਤੋਂ ਪਹਿਲਾਂ ਜਿਹੜਾ ਅਹਿਮ ਬੰਦਾ ਜਿਹੜਾ ਪੰਜਾਬ ਦੀ ਸਿੱਖ ਰਾਜਨੀਤੀ ਨੂੰ ਖਤਮ ਕਰ ਸਕਦਾ, ਖਿੰਡਾ ਸਕਦਾ, ਉਹ ਕੌਣ ਹੋ ਸਕਦਾ। ਉਹਦੇ ਚੋਂ ਹਰਕ੍ਰਿਸ਼ਨ ਸਿੰਘ ਸੁਰਜੀਤ ਨੂੰ ਇੰਦਰਾ ਗਾਂਧੀ ਨੇ ਇਹ ਜ਼ਿੰਮੇਵਾਰੀ ਦਿੱਤੀ ਵੀ ਤੁਹਾਨੂੰ ਸਾਰੀਆਂ ਰਾਜਨੀਤਿਕ ਪਾਵਰਾਂ ਮਿਲਣਗੀਆਂ, ਤੁਸੀਂ ਪੰਜਾਬ ਵਿੱਚੋਂ ਜਿਹੜੀ ਅਕਾਲੀ ਦਲ ਦਾ ਤੇ ਸਿੱਖ ਰਾਜਨੀਤੀ ਦਾ ਵਜੂਦ ਖਤਮ ਕਰਨਾ। ਸੋ 82-83 ਤੱਕ ਕਾਮਰੇਡ ਹਰਕ੍ਰਿਸ਼ਨ ਸਿੰਘ ਸੁਰਜੀਤ ਆਪ ਕੰਮ ਕਰਦੇ ਰਹੇ, ਹੈ ਨਾ। 84 ਤੱਕ ਉਹਨਾਂ ਨਾਲ ਕੁਛ ਲੀਡਰ ਲਾਏ ਗਏ, ਕੁਛ ਜਿਹੜੇ ਅਫਸਰਸ਼ਾਹੀ ਲਾਈ ਗਈ। ਪਰ 1984 ਤੋਂ ਬਾਅਦ ਜਦੋਂ ਅਜੀਤ ਅਖਬਾਰ ਦੇ ਬਾਨੀ ਡਾਕਟਰ ਸਾਧੂ ਸਿੰਘ ਹਮਦਰਦ, ਜਿਹੜੇ ਕਿ ਚੜ੍ਹਦੀ ਕਲਾ ਵਾਲੇ ਖਾਲਸਾ ਪੰਥ ਦੀਆਂ ਜਿਹੜੀਆਂ
ਆਸਾਂ ਉਮੀਦਾਂ ਦੇ ਪੂਰਾ ਉਤਰਨ ਵਾਲੇ ਸੀਨੀਅਰ ਪੱਤਰਕਾਰ ਸਨ, ਉਹਨਾਂ ਦੀ ਮੌਤ ਹੋ ਜਾਂਦੀ ਹੈ। ਸੋ ਉਹਨਾਂ ਦੀ ਜਗ੍ਹਾ ਬਰਜਿੰਦਰ ਸਿੰਘ ਹਮਦਰਦ ਜਦੋਂ ਅਜੀਤ ਅਖਬਾਰ ਦੇ ਮੁਖੀ ਬਣਦੇ ਆ ਤਾਂ ਉਹਨਾਂ ਨੂੰ ਹਰਕ੍ਰਿਸ਼ਨ ਸਿੰਘ ਸੁਰਜੀਤ, ਕਿਉਂਕਿ ਉਹ ਹਰਕ੍ਰਿਸ਼ਨ ਸਿੰਘ ਸੁਰਜੀਤ ਦੇ ਪੁਰਾਣੇ ਦੋਸਤ ਸੀ, ਸੋ ਉਹਨਾਂ ਨੂੰ ਬਰਜਿੰਦਰ ਸਿੰਘ ਹਮਦਰਦ ਨੂੰ ਇਹ ਜਿਹੜਾ ਵਰਤਦੇ ਹੈਗੇ ਆ ਅਕਾਲੀ ਦਲ ਦੀ ਸਿਧਾਂਤਕ ਖੁਦਕੁਸ਼ੀ ਜਾਂ ਸਿਧਾਂਤਕ ਕਤਲ ਲਈ। ਫਿਰ ਉਹ ਤੋਂ ਬਾਅਦ ਤੁਸੀਂ ਦੇਖੋ ਬਰਜਿੰਦਰ ਸਿੰਘ ਹਮਦਰਦ ਦੇ ਜਿਹੜਾ ਹੈਗਾ ਅਜੀਤ ਅਖਬਾਰ ਦਾ ਸੰਪਾਦਕ ਬਣਨ ਤੋਂ ਬਾਅਦ ਉਹਨਾਂ ਨੇ ਲਗਾਤਾਰ 40 ਸਾਲਾਂ ਤੋਂ ਸੋ ਅਕਾਲੀ ਰਾਜਨੀਤੀ ਦੇ ਪੰਥਕ ਜਜ਼ਬੇ ਨੂੰ ਖਤਮ ਕਰਨ ਦਾ ਵਾਰ-ਵਾਰ ਯਤਨ ਕਰਿਆ। ਉਹ ਕਿਸ ਤਰ੍ਹਾਂ? ਉਹਨਾਂ ਦੀ ਜਿਹੜੀ ਤੁਸੀਂ 40 ਸਾਲਾਂ ਦੇ ਅਖਬਾਰ ਦੇਖ ਲਓ ਜੀ, 40 ਸਾਲਾਂ ਦੀ ਰਿਪੋਰਟਿੰਗ ਦੇਖ ਲਓ, ਉਹਦੇ ਵਿੱਚ ਖਾਲਸਾ ਪੰਥ ਦੇ ਜਿਹੜੇ ਕੌਮੀ ਜਜ਼ਬੇ ਆ ਉਹਨਾਂ ਦਾ ਮਜ਼ਾਕ ਉਡਾਇਆ ਗਿਆ, ਉਹਨਾਂ ਦੀ ਖਿੱਲੀ ਉਡਾਈ ਗਈ ਔਰ ਉਹਨਾਂ ਦੇ ਖਿਲਾਫ ਨਾ ਸਿਰਫ ਸਿਧਾਂਤਕ ਲੇਖ ਲਿਖੇ ਗਏ ਬਲਕਿ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਸੰਗਠਿਤ ਕੀਤਾ ਗਿਆ ਵੀ ਉਹ ਉਹਨਾਂ ਆਵਾਜ਼ਾਂ ਨੂੰ ਕ੍ਰਸ਼ ਕਰੇ, ਉਹਨਾਂ ਜਜ਼ਬਿਆਂ ਨੂੰ ਕ੍ਰਸ਼ ਕਰੇ, ਉਹਨਾਂ ਸਿਧਾਂਤਾਂ ਨੂੰ ਕ੍ਰਸ਼ ਕਰੇ, ਉਹਨਾਂ ਲੀਡਰਾਂ ਨੂੰ ਕ੍ਰਸ਼ ਕਰੇ ਜਿਹੜੇ ਅਕਾਲੀ ਦਲ ਦੇ ਜਾਂ ਸਿੱਖ ਪੰਥ ਦੇ ਪੰਥਕ ਜਜ਼ਬਿਆਂ ਨੂੰ ਪ੍ਰਣਾਏ ਹੋਏ ਨੇ ਔਰ ਅੱਗੇ ਵਧਾ ਰਹੇ ਨੇ। ਸੋ 40 ਸਾਲ ਇਹ ਪ੍ਰੋਜੈਕਟ ਚੱਲਿਆ। ਅਜੀਤ ਅਖਬਾਰ ਦੀਆਂ 40 ਸਾਲ ਦੇ ਲੇਖ ਔਰ ਉਹਦੀਆਂ ਸੰਪਾਦਕੀਆਂ ਪੜ੍ਹ ਕੇ ਤੁਸੀਂ ਸਹਿਜੇ ਹੀ ਅੰਦਾਜ਼ਾ ਲਾ ਸਕਦੇ ਹੋ ਵੀ ਹਰਕ੍ਰਿਸ਼ਨ ਸਿੰਘ ਸੁਰਜੀਤ ਤੇ ਬਰਜਿੰਦਰ ਸਿੰਘ ਹਮਦਰਦ ਨੇ ਇੱਕ ਵੱਡੇ ਪ੍ਰੋਜੈਕਟ ਤਹਿਤ ਸੋ ਅੱਜ ਵੀ ਸੁਖਬੀਰ ਸਿੰਘ ਬਾਦਲ ਹੁਣ ਕਹਿ ਰਹੇ ਨੇ ਵੀ ਸਾਨੂੰ ਜੇ ਡੋਬਿਆ ਤਾਂ ਬਰਜਿੰਦਰ ਸਿੰਘ ਹਮਦਰਦ ਤੇ ਅਜੀਤ ਅਖਬਾਰ ਵਾਲਿਆਂ ਨੇ ਡੋਬਿਆ। ਅੱਜ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਸਾਰੀਆਂ ਆਪਣੀਆਂ ਜਿੰਨਾ ਨਿਘਾਰ ਅਕਾਲੀ ਦਲ ਵਿੱਚ ਆਇਆ ਉਹਦਾ ਜਦੋਂ ਪਤਾ ਲੱਗਿਆ ਤਾਂ ਉਹ ਅੱਜ ਆਪਣੇ ਨੇੜੇ ਦੇ ਸਰਕਲਾਂ ਵਿੱਚ ਕਹਿ ਰਿਹਾ ਵੀ ਸਾਨੂੰ ਅਜੀਤ ਅਖਬਾਰ ਵਾਲਿਆਂ ਨੇ ਡੋਬ ਦਿੱਤਾ ਹੈ। ਸੋ ਅਜੀਤ ਅਖਬਾਰ ਨੇ 40 ਸਾਲਾਂ ਦਾ ਪ੍ਰੋਜੈਕਟ ਚਲਾਇਆ ਔਰ ਸਾਨੂੰ ਖੁਸ਼ੀ ਹੈ ਵੀ ਉਹਨਾਂ ਦੇ 40 ਸਾਲਾਂ ਦੀ ਮਿਹਨਤ ਆ ਜਿਹੜੀ ਅੱਜ ਪਰਨੇ ਡਿੱਗ ਗਈ ਹੈਗੀ ਆ, ਮੈਦਾਨ ਵਿੱਚ ਗਰਕ ਹੋ ਗਈ ਹੈ। 40 ਸਾਲਾਂ ਦੀ ਮਿਹਨਤ ਤੋਂ ਬਾਅਦ ਅੱਜ ਸਿੱਖ ਪੰਥ ਫਿਰ ਆਪਣੇ ਜਿਹੜੇ ਖਾਲਸਾਈ ਪਰੰਪਰਾਵਾਂ ਚੋਂ ਮੁੜ ਉਸਰਨ ਦਾ ਯਤਨ ਕਰ ਰਿਹਾ ਹੈ। ਸੋ ਹਰਕ੍ਰਿਸ਼ਨ ਸਿੰਘ ਸੁਰਜੀਤ ਤੇ ਬਰਜਿੰਦਰ ਸਿੰਘ ਹਮਦਰਦ ਦੀ ਜਿਹੜੀ ਇਹ ਘਾਲਣਾ ਸੀ 40 ਸਾਲਾਂ ਦੀ ਉਹ ਖਤਮ ਹੋਈ ਹੈ। ਅਕਾਲੀ ਦਲ ਮੁੜ ਤੋਂ ਪੰਥਕ ਜਜ਼ਬਿਆਂ ਨਾਲ ਸੁਰਜੀਤ ਹੋਣ ਦਾ ਯਤਨ ਕਰ ਰਿਹਾ ਹੈ। ਸੋ ਇੰਦਰਾ ਗਾਂਧੀ ਦਾ ਹਰਕ੍ਰਿਸ਼ਨ ਸਿੰਘ ਸੁਰਜੀਤ ਨੂੰ ਦਿੱਤਾ ਗਿਆ ਪ੍ਰੋਜੈਕਟ ਤੇ ਜਿਹਦੇ ਵਿੱਚੋਂ ਪ੍ਰਕਾਸ਼ ਸਿੰਘ ਬਾਦਲ ਫਿਰ ਉਹਨਾਂ ਲਈ ਇੱਕ ਆਪਾਂ ਕਹਿ ਸਕਦੇ ਹਾਂ ਵੀ ਸੋਨੇ ਦੀ ਚਿੜੀ ਵਾਂਗ ਆਇਆ ਜਿਹਨੂੰ ਉਹਨਾਂ ਨੇ ਵਰਤਿਆ ਲਗਾਤਾਰ ਸਿੱਖ ਪੰਥ ਦੇ ਜਜ਼ਬਿਆਂ ਨੂੰ ਕ੍ਰਸ਼ ਕਰਨ ਲਈ। ਸੋ ਤੁਸੀਂ ਦੇਖੋ ਵੀ ਸਾਰੇ ਅਮਰਧਾਰੀ ਸਿੰਘਾਂ ਨੂੰ ਅਕਾਲੀ ਦਲ ਵਿੱਚੋਂ ਕੱਢਿਆ ਗਿਆ ਹੈ ਨਾ, ਜਿਹੜੇ ਕੇਸਾਧਾਰੀ ਨਹੀਂ ਸੀ ਉਹਨਾਂ ਦੀ ਲੱਠਮਾਰ ਫੌਜ ਨੂੰ ਅਕਾਲੀ ਦਲ ਵਿੱਚ ਲਿਆਂਦਾ ਗਿਆ ਜੀ। ਅਕਾਲੀ ਦਲ ਦੇ ਸੁਪਨੇ ਖਤਮ ਕੀਤੇ ਗਏ, ਸਿੱਖ ਰਾਜਨੀਤੀ ਦੇ ਸੁਪਨੇ ਖਤਮ ਕੀਤੇ ਗਏ ਔਰ ਇੱਕ ਬਿਜ਼ਨਸ ਬਣਾਇਆ ਗਿਆ ਉਸ ਰਾਜਨੀਤੀ ਨੂੰ। ਸੋ ਇੱਕ ਲਹਿਰ ਵਾਲੀ ਰਾਜਨੀਤੀ, ਇੱਕ ਸਿਧਾਂਤ ਵਾਲੀ ਰਾਜਨੀਤਿਕ ਸ਼ਕਤੀ ਨੂੰ ਇੱਕ ਬਿਜ਼ਨਸ ਵਾਲੀ ਰਾਜਨੀਤੀ ਵਿੱਚ ਪਲਟਣ ਲਈ ਜੋ ਇੰਦਰਾ ਗਾਂਧੀ ਨੇ ਪ੍ਰੋਜੈਕਟ ਲਿਆਂਦਾ ਸੀ, ਅੱਜ 40 ਸਾਲਾਂ ਬਾਅਦ ਉਹ ਪ੍ਰੋਜੈਕਟ ਟੁੱਟ ਗਿਆ, ਖਤਮ ਹੋ ਗਿਆ, ਤਹਿਸ ਨਹਿਸ ਹੋ ਗਿਆ। ਹੁਣ ਮੁੜ ਤੋਂ ਉਹ ਪੰਥਕ ਜਜ਼ਬੇ ਨਾਲ ਉਸਰਨ ਦੇ ਯਤਨ ਜਿਹੜੇ ਕਰ ਰਿਹਾ ਹੈਗਾ। ਦੇਖਦੇ ਹਾਂ ਕਿ ਯਤਨ ਕਿੱਥੋਂ ਤੱਕ ਹੁੰਦੇ, ਕਿੰਨੀ ਇਮਾਨਦਾਰੀ ਨਾਲ ਹੁੰਦੇ ਨੇ। ਤੇ ਪਿਛਲੇ ਦਿਨੀ ਜਿਹੜਾ ਹੈ ਘੱਲੂਘਾਰਾ ਸਮਾਗਮ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਇਆ ਗਿਆ। ਸਿੰਘ ਸਾਹਿਬ ਭਾਈ ਹਰਪ੍ਰੀਤ ਸਿੰਘ ਵੱਲੋਂ ਜਿਹੜਾ ਹੈ ਕੌਮ ਨੂੰ ਇੱਕ ਹੋਣ ਦਾ ਜਿਹੜਾ ਹੈ ਸੰਦੇਸ਼ ਵੀ ਦਿੱਤਾ ਗਿਆ। ਕੀ ਕਹੋਗੇ ਜਿਸ ਤਰੀਕੇ ਦੇ ਨਾਲ ਸਾਰਾ ਕੁਝ ਪਿਛਲੇ ਦਿਨਾਂ ਦੇ ਵਿੱਚ ਵਾਪਰਿਆ? ਹਾਂਜੀ ਸੋ ਆਪਾਂ ਕਹਿ ਸਕਦੇ ਹਾਂ ਵੀ ਇੱਕ ਤਾਂ ਹੈ ਕਿ ਵੀ ਕੋਈ ਅੰਦਰੂਨੀ ਲੜਾਈ ਝਗੜਾ ਨਹੀਂ ਹੋਇਆ ਉੱਥੇ ਹੈ ਨਾ। ਸੋ ਨਾਅਰੇਬਾਜ਼ੀ ਚਲੋ ਜਿਹੜੀ ਹੋਈ ਹੁੰਦੀ ਆ ਹੋਈ, ਪਰ ਜਿਹੜਾ ਡਾਂਗ ਸੋਟਾ ਅੱਗੇ ਚੱਲਦਾ ਸੀ ਵੀ ਦੂਜੇ ਧਿਰ ਦੇ ਲੋਕਾਂ ਦੇ ਖਿਲਾਫ ਡਾਂਗ ਸੋਟਾ ਚਲਾਇਆ ਜਾਵੇ ਔਰ ਮੇਰਾ ਖਿਆਲ ਪਿਛਲੇ ਕਾਫੀ ਸਾਲਾਂ ਤੋਂ ਜਿਹੜਾ ਨਹੀਂ ਹੋਇਆ ਹੈਗਾ। ਕੀ ਇਹਦਾ ਲਿੰਕ ਆਪਾਂ ਫਿਰ ਇਹ ਵੀ ਕਰ ਸਕਦੇ ਹਾਂ ਵੀ ਜਦੋਂ ਅਕਾਲੀ ਦਲ ਬਾਦਲ ਪਾਵਰ 'ਚ ਨਹੀਂ ਹੁੰਦਾ ਉਦੋਂ ਸਾਰਾ ਕੁਝ ਸਮੂਥਲੀ ਹੋ ਜਾਂਦਾ? ਹਾਂਜੀ ਉਹੀ ਹੈ ਨਾ। ਸੋ ਆਪਾਂ ਕਹਿ ਸਕਦੇ ਵੀ ਅਕਾਲੀ ਦਲ ਜਿਹੜਾ ਬਾਦਲ ਸੀਗਾ ਉਹਨੂੰ ਲੱਗਦਾ ਸੀ ਵੀ ਜਿਹੜਾ ਪੰਥਕ ਜਜ਼ਬਾ ਉਹ ਸਾਨੂੰ ਹਮੇਸ਼ਾ ਚੁਣੌਤੀ ਦੇਵੇਗਾ। ਇੰਦਰਾ ਗਾਂਧੀ ਨੂੰ ਵੀ ਇਹ ਡਰ ਸੀ ਤੇ ਉਹ ਤੋਂ ਬਾਅਦ ਦੀਆਂ ਸਰਕਾਰਾਂ ਨੂੰ ਵੀ ਡਰ ਸੀ ਤੇ ਮੌਜੂਦਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਇਸੇ ਕਰਕੇ ਉਹ ਅਕਾਲੀ ਦਲ ਦਾ ਭਾਜਪਾ ਨਾਲ ਸੰਗਠਨ ਕਰਨਾ ਚਾਹੁੰਦੇ ਆ ਵੀ ਜੇ ਅਕਾਲੀ ਦਲ ਸ਼ੁੱਧ ਰੂਪ ਵਿੱਚ ਪੰਥਕ ਜਜ਼ਬੇ ਨਾਲ ਮੈਦਾਨ ਵਿੱਚ ਆ ਗਿਆ ਤਾਂ ਪੂਰੀ ਜਿਹੜੀ ਇੱਕ 3% ਜਿਹੜੀ ਅਪਰ ਕਾਸਟ ਲੋਕ ਰਾਜ ਕਰ ਰਹੇ ਆ ਉਹਨਾਂ ਦੇ ਸਿਧਾਂਤ ਨੂੰ ਚੁਣੌਤੀ ਦੇਵੇਗਾ ਹੈ ਨਾ। ਸੋ ਇਸੇ ਕਰਕੇ ਇਹ ਹੋਵੇਗਾ ਵੀ ਅਕਾਲੀ ਦਲ ਬਾਦਲ ਲਗਾਤਾਰ ਪੰਥਕ ਧਿਰਾਂ ਉੱਤੇ ਡਾਂਗ ਸੋਟੇ ਚਲਾਉਂਦਾ ਰਿਹਾ ਔਰ ਇੰਨੇ ਪਵਿੱਤਰ ਦਿਹਾੜੇ ਤੇ ਬੇਇੱਜ਼ਤੀ ਕਰੀ ਜਾਂਦੀ ਸੀਗੀ। ਹੁਣ ਹੈਗਾ ਵੀ ਉਹ ਸੱਤਾ ਵਿੱਚ ਨਹੀਂ ਨੇ, ਹੁਣ ਸਾਰਾ ਕੁਛ ਆ ਚੰਗੇ ਢੰਗ ਨਾਲ ਹੋ ਰਿਹਾ। ਸੋ ਗਿਆਨੀ ਹਰਪ੍ਰੀਤ ਸਿੰਘ ਨੇ ਸੰਦੇਸ਼ ਦਿੱਤਾ ਵੀ ਇੱਕ ਹੋਵੋ, ਪਰ ਇੱਕ ਜੇ ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ ਹੀ ਹੋਣਾ, ਇਹ ਦੇਖਣਾ ਪੈਣਾ ਨਾ ਵੀ ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ ਸਿੱਖਾਂ ਦਾ ਏਕਾ ਕਰਾਉਣਾ ਜਾਂ ਪੰਥਕ ਜਜ਼ਬੇ ਚੋਂ। ਅਕਾਲ ਤਖਤ ਦੇ ਜਥੇਦਾਰ ਨੇ ਆਪਣੇ ਪੰਥਕ ਜਜ਼ਬੇ ਤੋਂ ਜਿਹੜੀ ਸਿੱਖੀ
ਦੀ ਰਾਜਨੀਤਿਕ ਸੇਧ ਉਹ ਉਸਾਰਨੀ ਆ। ਇਹ ਵੱਡਾ ਜਿਹੜਾ ਗੱਲ ਦੇਖਣ ਵਾਲੀ ਪਰ ਦੂਜੇ ਬੰਨੇ ਥੋੜਾ ਜਿਹਾ ਆਪਾਂ ਇਹ ਵੀ ਦੇਖੀਏ ਕਿ ਜਿਹੜਾ ਅਜੋਕਾ ਸਮਾਂ ਚੱਲ ਰਿਹਾ ਹੈ ਉਹਦੇ 'ਚ ਚਾਹੇ ਲੋਕ ਹੋਣ, ਚਾਹੇ ਨੌਜਵਾਨੀ ਹੋਣ, ਚਾਹੇ ਆਪਾਂ ਕਹਿ ਲਈਏ ਕਿ ਜਿੰਨੇ ਵੀ ਨਾਲ ਉਹ ਕਿਸੇ ਸ਼ਖਸ ਦੇ ਨਾਲ ਨਹੀਂ, ਸਿਧਾਂਤ ਦੇ ਨਾਲ ਜੁੜੇ ਹੁੰਦੇ ਆ। ਜੇ ਕੋਈ ਸ਼ਖਸ ਕੋਈ ਮਾੜਾ ਕੰਮ ਕਰੇਗਾ ਤੇ ਉਹ ਤੇ ਫਿਰ ਉਸੇ ਵੇਲੇ ਕਿਤੇ ਨਾ ਕਿਤੇ ਤੇ ਉਸੇ ਵੇਲੇ ਲੋਕਾਂ ਨੂੰ ਪਤਾ ਲੱਗ ਜਾਏਗਾ, ਲੋਕ ਆਪਣੇ ਆਪ ਜਾਗਰੂਕ ਹੋ ਜਾਣਗੇ। ਇੰਨੇ ਚੇਤਨ ਤੇ ਲੋਕ ਹੈਗੇ ਨੇ ਅਜੋਕੇ ਸਮੇਂ ਦੀ ਜੇ ਆਪਾਂ ਗੱਲ ਕਰੀਏ। ਬਿਲਕੁਲ, ਹੁਣ ਤਾਂ ਬਹੁਤ ਚੇਤਨਤਾ। ਸੋ ਪੁਰਾਤਨ ਸਮੇਂ ਅੱਜ ਤੋਂ 35-40 ਸਾਲ ਪਹਿਲਾਂ ਜਦੋਂ ਸਾਡੇ ਬਜ਼ੁਰਗ ਅਖਬਾਰਾਂ ਪੜ੍ਹਦੇ ਸੀ, ਉਹ ਵਿਚਾਰੇ ਜੋ ਅਖਬਾਰ 'ਚ ਲਿਖਿਆ ਜਾਂਦਾ ਸੀ ਉਹਨੂੰ ਹੀ ਸੱਚ ਮੰਨ ਲੈਂਦੇ ਸੀ। ਇਸੇ ਕਰਕੇ ਉਹ ਤੱਕੜੀ ਨੂੰ ਪੰਥ ਦਾ ਚੋਣ ਨਿਸ਼ਾਨ ਸਮਝ ਕੇ ਸਾਰੀ ਉਮਰ ਵੋਟਾਂ ਪਾਉਂਦੇ ਰਹੇ ਨਾ। ਹੁਣ ਸੋਸ਼ਲ ਮੀਡੀਆ ਨਾਲ ਜਿਸ ਤਰ੍ਹਾਂ ਖੁੱਲ ਰਹੇ ਆ ਰਾਜਨੀਤੀ ਦੇ ਜਿਹੜੇ ਅਡੰਬਰ ਸੀ ਤੇ ਅੰਬਾਰ ਸੀਗੇ, ਉਹਦੇ ਨਾਲ ਜਿਹੜੀ ਚੇਤਨਤਾ ਜਾਗੀ ਹੈ ਨਵੀਂ ਨੌਜਵਾਨ ਪੀੜ੍ਹੀ 'ਚ, ਉਹਨੇ ਸਾਰੀਆਂ ਇਹ ਤਬਦੀਲੀਆਂ ਲਿਆਂਦੀਆਂ ਹੈਗੀਆਂ। ਸੋ ਜੇ ਕੋਈ ਸਿਧਾਂਤ ਤੋਂ ਗਲਤ ਰਾਹ ਤੇ ਪਏਗਾ, ਆਪਾਂ ਦੇਖ ਰਹੇ ਹਾਂ ਵੀ ਜਿਹੜੇ ਲੋਕ ਵੀ ਸਿਧਾਂਤ ਤੋਂ ਗਲਤ ਰਾਹ ਤੇ ਪੈਣ ਦਾ ਯਤਨ ਕਰਦੇ ਆ, ਪਿਛਲੇ ਮਹੀਨੇ 2-3 ਮਹੀਨਿਆਂ 'ਚ ਆਪਾਂ ਦੇਖ ਸਕਦੇ ਹਾਂ, ਚਾਹੇ ਵੱਡੀਆਂ ਸ਼ਖਸੀਅਤਾਂ ਸੀ ਉਹਨਾਂ ਦੇ ਖਿਲਾਫ ਵੀ ਲੋਕਾਂ ਨੇ ਟਿੱਪਣੀਆਂ ਕਰੀਆਂ ਸੋਸ਼ਲ ਮੀਡੀਆ ਤੇ। ਸੋ ਸਾਨੂੰ ਲੱਗਦਾ ਸਿਧਾਂਤ ਤੋਂ ਨਾ ਉਖੜਿਆ ਜਾਵੇ, ਪੰਥਕ ਜਜ਼ਬਾਤ ਦੀ ਜਿਹੜੀ ਹੈਗੀ ਆ ਪਹਿਰੇਦਾਰੀ ਕੀਤੀ ਜਾਵੇ। ਔਰ ਸੰਤ ਜਰਨੈਲ ਸਿੰਘ ਨੇ ਸਾਡੇ ਲਈ ਜਿਹੜਾ ਇੱਕ ਰਾਹ ਬਣਾਇਆ ਵੀ ਵੱਡੇ ਸੰਕਟ ਦੇ ਬਾਵਜੂਦ ਵੀ ਜਿਹੜੀਆਂ ਭਾਰਤ ਦੀਆਂ ਵੱਡੀਆਂ ਰਾਜਸੀ ਪਾਰਟੀਆਂ ਉਹਨਾਂ ਨਾਲ ਸਮਝੌਤਾ ਨਹੀਂ ਕਰਨਾ। ਸੋ ਅਕਾਲੀ ਦਲ ਨੂੰ ਪੰਥਕ ਜਜ਼ਬੇ ਅਧੀਨ, ਖਾਲਸਾ ਪੰਥ ਦੀਆਂ ਰਵਾਇਤਾਂ ਅਧੀਨ ਪੁਨਰ ਸੁਰਜੀਤ ਕਰਨਾ, ਨਾ ਕਿ ਭਾਜਪਾ ਜਾਂ ਕਾਂਗਰਸ ਨਾਲ ਮਿਲ ਜੁਲ। ਜੀ ਬਿਲਕੁਲ ਜੀ।